ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਧਨ, ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਾਰਾ ਪਰ ਪੁਨ ਪੁਨ ਸੀਸ, ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਪਾਲੰ ਕਟੋਚੀ ਤਫੰਗਾਨ ਮੋਚੀ। ਛੁੱਟੇ ਤੀਰ ਗੋਰੀ ਸੋ ਅੰਗਾਨ ਫੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਨਦੌਣ ਦਾ ਜੰਗ। ਇਸ ਜੰਗ ਦਾ ਕਾਰਨ ਹੈ ਅਲਫ ਖਾਂ ਦਾ ਪਹਾੜੀਆਂ ਤੋਂ ਆ ਕੇ ਹਾਲਾ ਮਾਮਲਾ ਮੰਗਣਾ, ਜਿਹਦੇ ਵਿੱਚ ਗੁਰੂ ਪਿਆਰਿਓ ਕਿਰਪਾਲ ਕਟੋਚੀਏ ਨੇ ਹਾਲਾ ਮਾਮਲਾ ਦੇ ਕਰਕੇ ਅਲਫ ਖਾਂ ਦਾ ਮੂੰਹ ਭੀਮ ਚੰਦ ਵੰਨੀ ਕਰ ਦਿੱਤਾ ਹੈ ਕਿ ਭੀਮ ਚੰਦ ਵੱਡਾ ਰਾਜਾ ਹੈ, ਜੇ ਉਹ ਮਾਮਲਾ ਦੇ ਦੇਵੇ ਫਿਰ ਸਾਰੇ ਰਾਜਿਆਂ ਨੂੰ ਦੇਣਾ ਪੈਣਾ। ਜਦ ਇਹਦਾ ਇੱਕ ਸਿਪਾਹੀ ਭੀਮ ਚੰਦ ਕੋਲੇ ਹਾਲਾ ਮਾਮਲਾ ਮੰਗਣ ਗਿਆ ਤੇ ਉਸਨੇ 10ਵੇਂ ਪਾਤਸ਼ਾਹ ਜੀ ਦੀ ਗੁਰੂ ਪਿਆਰਿਓ ਸਹਾਇਤਾ ਮੰਗ ਲਈ ਵੀ ਹਾਲਾ ਮਾਮਲਾ ਉਹਨੂੰ ਦੇਣਾ ਨਹੀਂ ਮਹਾਰਾਜ, ਤੇ ਅਸੀਂ ਜੰਗ ਕਰ ਸਕਦੇ ਹਾਂ, ਤੁਸੀਂ ਸਾਡੀ ਜੇ ਮਦਦ ਕਰੋ। 10ਵੇਂ ਪਾਤਸ਼ਾਹ ਜੀ ਵੀ ਚਾਹੁੰਦੇ ਸੀ ਕਿ ਹਿੰਦੁਸਤਾਨ ਦੇ ਧੌਣ ਤੋਂ ਗੁਲਾਮੀ ਦਾ ਜੂਲਾ ਜੋ ਮੁਗਲਾਂ ਦਾ ਹੈ ਲੈ ਜਾਵੇ। ਇਸ ਕਰਕੇ ਕਿਉਂਕਿ ਭੀਮ ਚੰਦ ਸ਼ਰਨ ਵਿੱਚ ਵੀ ਆ ਗਿਆ, ਗੁਰੂ ਕਾ ਜਿਹੜਾ ਹੈ ਇਹ ਚਰਨਾਂ ਵਿੱਚ ਆ ਕੇ ਹੁਣ ਉਹਨਾਂ ਦੀ ਗੱਲ ਮੰਨਣ ਲੱਗੇ ਹੈ। ਗੁਰੂ ਸਾਹਿਬ ਨੇ ਵੀ ਸੋਚਿਆ ਵੀ ਚਲੋ ਠੀਕ ਹੈ, ਇਹਦੀ ਮਦਦ ਵੀ ਹੋ ਜਾਵੇਗੀ ਔਰ ਮੁਗਲਾਂ ਨਾਲ ਜੰਗ ਵੀ ਹੋ ਜਾਵੇਗਾ। ਤਾਂ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ ਲੜਾਈ ਕਰਨ ਦੀ, ਤੇ ਦੂਜੇ ਪਾਸਿਓਂ ਕਿਰਪਾਲ ਕਟੌਚੀਆ ਜਿਹੜਾ ਹੈ ਉਹ ਅਲਫ ਖਾਂ ਦੇ ਨਾਲ ਮਿਲ ਗਿਆ ਹੈ ਔਰ ਇਹਨਾਂ ਨੇ ਪਹਿਲਾਂ ਹੀ ਇੱਕ ਲੱਕੜਾਂ ਦਾ ਮੋਹੜਿਆਂ ਦਾ ਇਕੱਠ ਕਰਕੇ ਕਵਾੜਾ ਜਿਹਾ ਬਣਾ ਲਿਆ ਤੇ ਉਸ ਦੇ ਵਿੱਚ ਖੜ ਕੇ ਜੰਗ ਕਰਨ ਲੱਗੇ। ਤੇ ਭੀਮ ਚੰਦ ਦੇ ਬੰਦੇ ਜਿਹੜੇ ਹਨ, ਜਿੰਨੇ ਕੋਲੋਂ ਪਹਾੜੀ ਰਾਜੇ ਤੇ ਉਹਨਾਂ ਦੀਆਂ ਫੌਜਾਂ ਮਿਲੀਆਂ, ਆ ਕੇ ਜੰਗ ਕਰਨ ਲੱਗੇ। ਜੰਗ ਸ਼ੁਰੂ ਹੋ ਗਿਆ। ਗੁਰੂ ਪਿਆਰੋ ਕਿਰਪਾਲ ਕਟੌਚੀਆ ਉਸ ਵਾੜੇ ਦੇ ਅੰਦਰੋਂ ਗੋਲੀਆਂ ਚਲਾਉਂਦਾ, ਤੀਰ ਚਲਾਉਂਦਾ, ਇਹਨਾਂ ਦਾ ਕੋਈ ਜ਼ੋਰ ਨਹੀਂ ਪੈਂਦਾ। ਇੱਕ ਇਹਨਾਂ ਨੇ ਉੱਚਾ ਥਾਂ ਮੱਲੇ ਹੈ, ਭੀਮ ਚੰਦ ਨੀਵੇਂ ਥਾਂ ਤੇ ਹੈ। ਬੜਾ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ। ਭੀਮ ਚੰਦ ਆਪਣੇ ਬੰਦਿਆਂ ਨੂੰ, ਆਪਣੇ ਯੋਧਿਆਂ ਨੂੰ ਲਲਕਾਰਾ ਮਾਰਦਾ, ਕਹਿੰਦੇ ਇਹਨਾਂ ਉੱਤੇ ਹੱਲਾ ਕਰਕੇ ਪਓ, ਐ ਨਹੀਂ ਲੋਟ ਆਉਂਦੇ।
ਇਹ ਜੰਗ ਕੱਲ ਆਪਾਂ ਸਰਵਣ ਕਰ ਰਹੇ ਸੀ, ਕੁਝ ਥੋੜੀ ਜੀ ਆਓ ਬਾਕੀ ਰਹਿੰਦੀ ਅੱਗੋਂ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੰ ਕਟੋਚੀ ਤਫੰਗਾਨ ਮੋਚੀ। ਕਹਿੰਦੇ ਕਿਰਪਾਲ ਕਟੋਚੀਏ ਨੇ ਤਫੰਗਾਂ ਬੰਦੂਖਾਂ ਇਕੱਠੀਆਂ ਕਰਕੇ ਭੀਮ ਚੰਦ ਵੱਲ ਮੋੜ ਕੇ ਛੱਡ ਦਿੱਤੀਆਂ ਜੀ। ਛੁੱਟੇ ਤੀਰ ਗੋਰੀ ਸੋ ਅੰਗਾਨ ਫੋਰੀ। ਔਰ ਇਸ ਦੇ ਬੰਦੇ ਕੋਈ ਬੰਦੂਖਾਂ ਚਲਾ ਰਹੇ ਆ, ਕੋਈ ਤੀਰ ਕਮਾਨ ਚਲਾ ਰਹੇ ਆ, ਜਿਨ੍ਹਾਂ ਦੀਆਂ ਗੋਲੀਆਂ ਤੇ ਤੀਰ ਭੀਮ ਚੰਦ ਦੇ ਫੌਜ ਦਾ ਜਿਹੜਾ ਹੈ ਬਹੁਤ ਨੁਕਸਾਨ ਕਰ ਰਹੀਆਂ ਹਨ। ਰੰਗ ਰੰਗ ਹੋਵਾ ਦੋਹੂ ਔਰ ਜੋਵਾ। ਇਸ ਤਰ੍ਹਾਂ ਇੱਕ ਵਾਰੀ ਜੰਗ ਬਹੁਤ ਗਰਮ ਹੋ ਗਿਆ ਗੁਰੂ ਪਿਆਰਿਓ। ਉਧਰੋਂ ਭੀਮ ਚੰਦ ਦੇ ਸਿਪਾਹੀ ਆਪਣੇ ਗੋਲੀਆਂ ਤੀਰ ਚਲਾ ਰਹੇ ਨੇ, ਉਧਰੋਂ ਕਿਰਪਾਲ ਕਟੋਚੀਆ ਤੇ ਅਲਫ ਖਾਂ ਦੇ ਬੰਦੇ। ਭਣਿਓ ਭੀਮ ਚੰਦੰ ਮੇਲਿਓ ਵੀਰ ਬ੍ਰਿੰਦੰ। ਜਦ ਭੀਮ ਚੰਦ ਨੇ ਵੇਖਿਆ ਕਿ ਸਾਡਾ ਜਿਹੜਾ ਹੈ ਜ਼ੋਰ ਨਹੀਂ ਪੈ ਰਿਹਾ, ਇਹਨੇ ਆਪਣੇ ਯੋਧਿਆਂ ਨੂੰ ਹੱਲਾ ਮਾਰਿਆ, ਲਲਕਰਾ ਮਾਰਿਆ ਜੀ। ਕਰੋ ਹੇਲ ਧਾਇੰ ਚੜੋ ਊਚ ਥਾਇੰ। ਕਹਿਣ ਲੱਗੇ ਏਦਾਂ ਨਹੀਂ ਇਹ ਹਾਰਨੇ, ਆਓ ਆਪਾਂ ਵੀ ਕੋਈ ਇਹਨਾਂ ਤੋਂ ਉੱਚੀ ਪਹਾੜੀ ਮੱਲੀਏ ਤੇ ਇਕੱਠੇ ਹੋ ਕੇ ਇਹਨਾਂ ਤੇ ਉੱਚੇ ਥਾਂ ਤੋਂ ਹਮਲਾ ਕਰੀਏ ਜੀ। ਮਾਰ ਬਾਰਾ ਹਥਿਆਰੇ ਸੰਭਾਰਾ। ਔਰ ਅਸੀਂ ਇਹਨਾਂ ਨੂੰ ਫਿਰ ਇਹ ਬਾੜ ਦੇ ਅੰਦਰੇ ਹੀ ਮਾਰ ਲਵਾਂਗੇ। ਸ਼ਾਸਤਰਾਂ ਨੂੰ ਸੰਭਾਲੋ, ਤਕੜੇ ਹੋਵੋ, ਲਲਕਰਾ ਮਾਰਦਾ ਹੈ। ਦੇਖੋ ਠਾਡ ਕੈਸੇ ਹਤੋ ਕਿਉਂ ਨਾ ਐਸੇ। ਤੁਸੀਂ ਪਿੱਛੇ ਖੜੇ ਕੀ ਦੇਖੀ ਜਾਂਦੇ ਹੋ, ਅੱਗੇ ਹੋਵੋ, ਮਾਰੋ ਇਹਨਾਂ ਨੂੰ। ਸੁਨਿਓ ਬ੍ਰਿੰਦ ਬੀਰੰ ਤਫੰਗਾਨ ਤੀਰੰ। ਇਹਦੇ ਯੋਧਿਆਂ ਨੇ ਗੁਜਰੋ ਲਲਕਾਰਾ ਸੁਣਿਆ, ਭੀਮ ਚੰਦ ਦਾ ਬਹੁਤ ਸਾਰੇ ਯੋਧੇ ਅੱਗੇ ਆਏ ਐ, ਤੀਰ ਕਮਾਨ ਤੇ ਬੰਦੂਕਾਂ ਲੈ ਕੇ ਜੀ। ਪਰਹਾਰੇ ਸਮੂਹੰ ਦਈ ਦੀਹ ਹੂਹੰ। ਇਸ ਤਰ੍ਹਾਂ ਸਾਰੇ ਆਪਣੇ ਸ਼ਾਸਤਰਾਂ ਨੂੰ ਸੰਭਾਲ ਕੇ ਪ੍ਰਹਾਰ ਕਰਨ ਲੱਗੇ, ਹਮਲਾ ਕਰਨ ਲੱਗੇ ਤੇ ਗੁਰੂ ਪਿਆਰਿਓ ਵਾਰ ਦੇ ਨੇੜੇ ਆ ਗਏ। ਚੱਲੇ ਬਾਰ ਨੇੜੇ ਚਹੂ ਔਰ ਕੇਰੇ। ਇਸ ਤਰ੍ਹਾਂ ਇਹਨਾਂ ਦਾ ਜਿਹੜਾ ਉਹਨਾਂ ਨੇ ਆਪਣੀ ਓਟ ਬਣਾਈ ਸੀ, ਮੋੜੀਆਂ ਲੱਕੜਾਂ ਨੂੰ ਕਿੱਕਰਾਂ ਨੂੰ ਇਕੱਠੀਆਂ ਕਰਕੇ ਉਹਨਾਂ ਦੇ ਨੇੜੇ ਆ ਕੇ ਇਹ ਹਮਲਾ ਕਰਨ ਲੱਗੇ ਜੀ। ਕੜਾ ਕਾੜ ਗੋਰੀ ਛੁੱਟੀ ਦੌਨ ਓਰੀ। ਔਰ ਦੋਨੇ ਪਾਸਿਆਂ ਤੋਂ ਕਾੜ ਕਾੜ ਗੋਲੀਆਂ ਚੱਲਣ ਲੱਗੀਆਂ। ਲੋਕੈ ਕਿਰਪਾਲੰ ਭਏ ਲਾਲ ਬਾਲੰ। ਇਸ ਤਰ੍ਹਾਂ ਕਿਰਪਾਲ ਕਟੋਚੀਆ ਵਾੜ ਦੇ ਵਿੱਚ ਖੜੇ ਅਲਫ ਖਾਂ ਦੇ ਨਾਲ ਜੰਗ ਨੂੰ ਦੇਖ ਰਿਹਾ ਹੈ ਜੀ। ਤੁਕੇ ਆਏ ਨੇਰੇ ਕਹਿਓ ਤਾਹੇ ਬੇਰੇ। ਜਦੋਂ ਵੇਖਿਆ ਭੀਮ ਚੰਦ ਦੀ ਫੌਜ ਸਾਡੇ ਘੇਰੇ ਦੇ, ਸਾਡੇ ਵਾੜ ਦੇ ਨੇੜੇ ਆ ਗਈ ਹੈ, ਆਪਣੇ ਯੋਧਿਆਂ ਨੂੰ ਕਹਿੰਦਾ ਓਏ ਕੁਛ ਕਰੋ। ਉਹ ਨੇੜੇ ਆ ਗਏ ਹਨ। ਕਹਾਂ ਵੀਰ ਦੇਖੋ ਸਮੀਪੀ ਵਸ਼ੇਖੋ। ਤੁਸੀਂ ਕੀ ਕਰ ਰਹੇ ਹੋ? ਉਹ ਨੇੜੇ ਆ ਰਹੇ ਹਨ, ਤੁਸੀਂ ਖੜੇ ਦੇਖ ਰਹੇ ਹੋ। ਤਜੋ ਕਿਉਂ ਨਾ ਗੋਰੀ ਰਿਪੂ ਅੰਗ ਫੋਰੀ। ਚਲਾਓ ਬੰਦੂਕਾਂ, ਦੁਸ਼ਮਣ ਦੀਆਂ ਬਾਹਾਂ ਭੰਨੋ, ਅੰਗ ਭੰਨੋ ਇਹਨਾਂ ਦੇ। ਕਿਰਪਾਨਾਂ ਚਲਾਵੋ ਪ੍ਰਹਾਰੋ ਹਟਾਵੋ। ਔਰ ਜਿਨ੍ਹਾਂ ਕੋਲੇ ਬੰਦੂਕ ਨਹੀਂ ਹੈ, ਕਿਰਪਾਨ ਚਲਾਓ, ਇਹਨਾਂ ਨੂੰ ਪਿੱਛੇ ਕਰੋ। ਦੇਖਿਓ ਹੇਲ ਮੇਲਾ ਚਹਿਰੇਲ ਪੇਲਾ। ਬੈਰੀ ਨੇ ਹੱਲਾ ਕਰ ਦਿੱਤਾ, ਨੇੜੇ ਆ ਗਿਆ, ਤੁਸੀਂ ਇਹਨਾਂ ਨੂੰ ਹੱਲਾ ਦੇ ਕੇ ਧੱਕੇ ਪਿੱਛੇ ਕਰੋ। ਅਜੈ ਬਾਰ ਆਏ ਤਫੰਗਾਂ ਚਲਾਏ। ਇਹ ਲਲਕਾਰਾ ਸੁਣ ਕੇ ਕਿਰਪਾਲ ਕਟੋਚੀਏ ਦਾ, ਉਹਦੇ ਫੌਜੀ, ਉਹਦੇ ਸਿਪਾਹੀ ਵਾੜ ਨੂੰ ਟੱਪ ਕੇ ਬਾਹਰ ਨਿਕਲ ਗਏ ਭੀਮ ਚੰਦ ਦੀ ਫੌਜ ਵੱਲ। ਡੜਾ ਦਾੜ ਗੇਰੇ ਹੱਤੇ ਤੁੰਡ ਫੇਰੇ। ਔਰ ਇਹਨਾਂ ਨੇ ਆਪਣੀਆਂ ਬੰਦੂਕਾਂ, ਤਲਵਾਰਾਂ, ਤੀਰ ਕਮਾਨ ਚਲਾ ਕੇ ਦਾੜ ਦਾੜ ਦੁਸ਼ਮਣਾਂ ਨੂੰ ਸਿੱਟਣਾ ਸ਼ੁਰੂ ਕੀਤਾ ਹੈ ਜੀ। ਜਾਤ ਆਗੇ ਵੱਡੇ ਘਾਵ ਲਾਗੇ। ਹੁਣ ਭੀਮ ਚੰਦ ਦੀ ਫੌਜ ਦੇ ਪੈਰ ਅੜ ਗਏ ਹਨ, ਇਹਨਾਂ ਨੂੰ ਅੱਗੇ ਜਾਣਾ ਮੁਸ਼ਕਲ ਹੋ ਗਿਆ ਹੈ ਤੇ ਬਹੁਤ ਸਾਰੀ ਫੌਜ ਇਹਦੀ ਜ਼ਖਮੀ ਵੀ ਹੋ ਗਈ ਹੈ। ਪਲੰਗ ਫੋਰੇ ਫੋਰੇ ਹਟੇ ਸੋ ਪੇਸ਼ੋਰੇ। ਜਦੋਂ ਇਹਨਾਂ ਦੇ ਸਰੀਰ ਭੰਨੇ ਭਾਵੇਂ ਇਹਨਾਂ ਦੇ ਗੋਲੀਆਂ, ਤੀਰ ਕਮਾਨ, ਬੰਦੂਕਾਂ ਆਦਿ ਲੱਗੀਆਂ, ਤਲਵਾਰਾਂ ਵੱਜੀਆਂ ਤੇ ਇਹ ਪਿੱਛੇ ਹਟਣ ਲੱਗੇ ਜੀ। ਕਨੇ ਘਾਵ ਘਾਲੇ ਹੱਤੇ ਭੂਮ ਡਾਲੇ। ਔਰ ਬਹੁਤ ਜ਼ਖਮੀ ਕਰਕੇ ਧਰਤੀ ਤੇ
ਸਿੱਟ ਦਿੱਤੇ ਜੀ। ਸਵਈਆ ਕਹਿਲੂਰ ਪਤੀ ਅਵਲੋਕਤ ਹੈ ਬਸ ਨਾਹੀਂ ਚੱਲੇ ਕਛੁ ਬੀਰਣ ਕੋ। ਔਰ ਕਹਿਲੂਰ ਦਾ ਰਾਜਾ ਭੀਮ ਚੰਦ ਵੇਖ ਰਿਹਾ ਹੈ ਕਿ ਮੇਰੇ ਯੋਧਿਆਂ ਦੀ ਵਾਹ ਨਹੀਂ ਚੱਲ ਰਹੀ, ਕਿਉਂਕਿ ਉਹ ਉੱਚੇ ਥਾਂ ਤੇ ਹਨ। ਉੱਚੇ ਥਾਂ ਤੋਂ ਗੋਲੀ ਥੱਲੇ ਨੂੰ ਬੜੀ ਤੇਜ਼ੀ ਨਾਲ ਆਉਂਦੀ ਹੈ ਤੇ ਹੇਠੋਂ ਜਿਹੜਾ ਨਿਸ਼ਾਨਾ ਲਾਉਣਾ ਉੱਚੇ ਥਾਂ ਤੇ ਮੁਸ਼ਕਲ ਹੋ ਜਾਂਦਾ ਹੈ। ਫਿਰ ਉੱਪਰ ਬੰਬ ਬਜਾਵਤ ਹੈ ਲਹਿ ਊਟ ਪ੍ਰਹਾਰਤ ਤੀਰਨ ਕੋ। ਔਰ ਜਿਹੜਾ ਦੁਸ਼ਮਣ ਹੈ ਉੱਚੇ ਥਾਂ ਤੇ ਖੜਾ ਹੈ ਔਰ ਉੱਚੇ ਥਾਂ ਤੋਂ ਇਹ ਗੋਲੀਆਂ ਤੇ ਤੀਰ ਚਲਾਉਂਦਾ, ਨਾਲੇ ਪਹਾੜਾਂ ਦੀ ਓਟ ਲਈ ਆਏ ਨੇ। ਗੁਲ ਕਾਂਬਰ ਖਾਵਤ ਕਾਵਤ ਹੈ ਨਹਿ ਪਾਵਤ ਦਾਵ ਅਪੀਰਨ ਕੋ। ਇਹਨਾਂ ਦੀਆਂ ਗੋਲੀਆਂ ਸਾਡੀ ਫੌਜ ਨੂੰ ਜ਼ਖਮੀ ਕਰ ਰਹੀਆਂ ਹਨ, ਪਰ ਮੇਰੇ ਸੂਰਮੇ ਵੈਰੀ ਨੂੰ ਮਾਰਨ ਦਾ ਦਾ ਨਹੀਂ ਬਣਾ ਰਹੇ। ਨਿਜ ਦੰਤਨ ਪੰਕਤ ਪੀਸਤ ਹੈ ਨਹਿ ਦੀਸਤ ਢੂਕਤ ਤੀਰਨ ਕੋ। ਔਰ ਭੀਮ ਚੰਦ ਖੜਾ ਦੰਦ ਪੀਸਦਾ ਹੈ ਕਿ ਦੁਸ਼ਮਣ ਦੇ ਨੇੜੇ ਕਿਵੇਂ ਪਹੁੰਚੀਏ। ਵੀਰ ਹਟੇ ਪਿਖ ਭੀਮ ਸਸੀਹਿਤ ਮੋਰਨ ਕੇ ਕਹਿ ਕੈ ਲਲਕਾਰੇ। ਸੂਰਮਿਆਂ ਨੂੰ ਪਿੱਛੇ ਹਟਦਾ ਵੇਖ ਕੇ ਲਲਕਾਰਾ ਮਾਰ ਕੇ ਮੋੜ ਕੇ ਅੱਗੇ ਕਰਦਾ ਹੈ। ਏਲ ਕਮੇਲੋ ਪੇਲੋ ਸ਼ਤਰੁ ਝੇਲੋ ਅਗਰ ਹੋ ਚਲੋ ਪਗ ਧਾਰੇ। ਓ ਇਕੱਠੇ ਹੋ ਜਾਓ, ਅੱਗੇ ਆਓ, ਇਕੱਠੇ ਹੋ ਕੇ ਦੁਸ਼ਮਣ ਤੇ ਹਮਲਾ ਕਰੋ। ਇਹਦੇ ਹਮਲੇ ਨੂੰ ਝੱਲਦੇ ਹੋਏ ਇਹਦੇ ਨੇੜੇ ਪਹੁੰਚੋ। ਢੇਰੋ ਬਾਰ ਵੱਡੇ ਬਰਿਆਰ ਹੈ ਪ੍ਰੇਰੋ ਬੀਰਣ ਕਉ ਅਗਵਾਰੇ। ਆਪਣੇ ਯੋਧਿਆਂ ਨੂੰ, ਆਪਣੇ ਸਿਪਾਹੀਆਂ ਨੂੰ, ਜਰਨੈਲਾਂ ਨੂੰ ਕਹਿੰਦਾ ਆਪਣੇ ਸਿਪਾਹੀਆਂ ਨੂੰ ਅੱਗੇ ਕਰੋ ਔਰ ਇਹਨਾਂ ਦੁਸ਼ਟਾਂ ਨੂੰ ਵਾੜ ਦੇ ਵਿੱਚ ਹੀ ਘੇਰ ਕੇ ਮਾਰੋ। ਫੇਰ ਹਟੇ ਸੁਨ ਕੈ ਭਟ ਜੇ ਵੱਡ ਬਾਹੋ ਝਟਾ ਪਟ ਜੂਝਤ ਡਾਰੇ। ਔਰ ਇਹ ਲਲਕਾਰਾ ਸੁਣਦਿਆਂ ਹੀ ਜਿਹੜੀ ਫੌਜ ਸੀ ਕੋ ਜੋਸ਼ ਵਿੱਚ ਆਈ ਹੈ ਔਰ ਹੱਲਾ ਕਰਕੇ ਇਹਨਾਂ ਦੇ ਵੱਲ ਬਦਲਣ ਲੱਗੀ ਹੈ ਤੇ ਇਹਨਾਂ ਦੇ ਵੱਡੇ ਵੱਡੇ ਸੂਰਮੇ ਜਿਹੜੇ ਸਨ ਉਹ ਮਾਰਨੇ ਸ਼ੁਰੂ ਕੀਤੇ ਜੀ। ਆਵਤ ਹੇਲ ਬਿਲੋਕ ਕੈ ਰੋਕਨ ਵੀਰ ਕਟੋਚੀਆ ਮਾਰ ਮਚਾਈ। ਔਰ ਅੰਦਰੋਂ ਕਿਰਪਾਲ ਕਟੋਚੀਆ ਜਿਹੜਾ ਹੈ ਗੁਰੂ ਪਿਆਰਿਓ ਇਹਨਾਂ ਨੂੰ ਆਉਂਦੇ ਦੇਖ ਕੇ ਇਹਨਾਂ ਨੂੰ ਰੋਕਣ ਲਈ ਹਮਲਾ ਕਰਨ ਲੱਗਿਆ ਹੈ ਜੀ। ਉੱਪਰ ਤੇ ਗੁਲਖਾਂਬ ਰੁਖਾਵਤ ਤੁਮਰ ਤੀਰ ਅਨੀ ਦਿਖਰਾਈ। ਔਰ ਇਸ ਤਰ੍ਹਾਂ ਆਪਣੇ ਵਾੜ ਦੇ ਵਿੱਚੋਂ ਹੀ ਉੱਚੇ ਥਾਂ ਚੋਂ ਗੋਲੀਆਂ ਤੇ ਤੀਰ ਵਰਸਾਉਣ ਲੱਗੇ। ਸਾਥੀਆਂ ਨੂੰ ਕੀ ਕਹਿੰਦਾ ਹੈ ਕਿ ਇਹਨਾਂ ਨੂੰ ਨੇੜੇ ਨਹੀਂ ਆਉਣ ਦੇਣਾ। ਵੀਰ ਹਟੇ ਪਿਕ ਭੀਮ ਸਸੀਹਿਤ ਮੋਰਨ ਕੇ ਕਹਿ ਕੈ ਲਲਕਾਰੇ। ਔਰ ਜਿਹੜੇ ਯੋਧੇ ਭੀਮ ਚੰਦ ਦੇ ਸਨ ਉਹਨਾਂ ਨੂੰ ਅੱਗੇ ਕਰਨ ਵਾਸਤੇ ਲਲਕਾਰਾ ਮਾਰਦਾ ਹੈ। ਏਲ ਕਮੇਲੋ ਪੇਲੋ ਸ਼ਤਰਣ ਝੇਲੋ ਅਗਰ ਚਲੋ ਪਗ ਧਾਰੇ। ਉਹ ਇਕੱਠੇ ਹੋ ਕੇ ਅੱਗੇ ਵਧੋ ਅਤੇ ਦੁਸ਼ਮਣ ਤੇ ਹਮਲਾ ਕਰੋ। ਇਹਦੇ ਹਮਲੇ ਨੂੰ ਝੱਲਦੇ ਹੋਏ ਅੱਗੇ ਵਧੋ। ਘੇਰੋ ਬਾਰ ਵੱਡੇ ਬਰਿਆਰ ਪ੍ਰੇਰੋ ਬੀਰਣ ਕਉ ਅਗਵਾਰੇ। ਔਰ ਇਹਨਾਂ ਨੂੰ ਵਾੜ ਦੇ ਵਿੱਚ ਹੀ ਘੇਰ ਕੇ ਮਾਰੋ। ਫੇਰ ਹਟੇ ਸੁਨ ਕੈ ਪਟ ਜੀ ਵੱਡ ਬਾਹੂ ਝਟਾ ਪਟ ਜੂਝਤ ਡਾਰੇ। ਇਸ ਤਰ੍ਹਾਂ ਲਲਕਾਰਾ ਸੁਣ ਕੇ ਭੀਮ ਚੰਦ ਦੀ ਫੌਜ ਹੈ ਜਿਹੜੀ ਉਹ ਸਾਰੀ ਫੇਰ ਅੱਗੇ ਵਧੀ ਹੈ ਕਿ ਦੁਸ਼ਮਣਾਂ ਤੇ ਹਮਲਾ ਕਰਨ ਲੱਗੇ ਜੀ। ਆਵਤ ਹੇਲ ਬਿਲੋਕ ਕੈ ਰੋਕਨ ਵੀਰ ਕਟੋਚੀਆ ਮਾਰ ਮਚਾਈ। ਤੇ ਜਦੋਂ ਭੀਮ ਚੰਦ ਦੇ ਸਿਪਾਹੀਆਂ ਨੇ ਇਸ ਤਰ੍ਹਾਂ ਹਮਲਾ ਕੀਤਾ ਹੈ ਕਿਰਪਾਲ ਕਟੋਚੀਏ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਪਰ ਤੇ ਗੁਲਕਾਂਬੁਰ ਖਾਵਤ ਤੁਮਰ ਤੀਨ ਅਨੀ ਦਿਖਰਾਈ। ਔਰ ਇਹ ਉੱਚੀ ਥਾਂ ਤੋਂ ਗੋਲੀਆਂ ਅਤੇ ਤੀਰਾਂ ਦੀ ਵਰਖਾ ਕਰਨ ਲੱਗੇ। ਪ੍ਰੇਰਤ ਫੇਰ ਦਿਓ ਤਬ ਹੇਲ ਸਮੀਪ ਨ ਹੋਣ ਦਏ ਸਮਦਾਈ। ਇਸ ਤਰ੍ਹਾਂ ਗੁਰੂ ਪਿਆਰਿਓ ਇਸ ਨੇ ਫੇਰ ਭੀਮ ਚੰਦ ਦੀ ਫੌਜ ਨੂੰ ਪਿੱਛੇ ਹਟਾ ਦਿੱਤਾ, ਨੇੜੇ ਨਹੀਂ ਆਉਣ ਦਿੱਤਾ। ਘਾਇਲ ਹਵੈ ਗਿਰ ਭੂਮ ਪਰੇ ਭਟ ਬ੍ਰਿੰਦ ਮਰੇ ਵੱਡ ਕੀਨ ਲੜਾਈ। ਇਉਂ ਜੰਗ ਦੇ ਮੈਦਾਨ ਵਿੱਚ ਬਹੁਤ ਸਾਰੇ ਜ਼ਖਮੀ ਹੋ ਕੇ ਡਿੱਗਣ ਲੱਗੇ ਤੇ ਬਹੁਤ ਸਾਰੇ ਮਰ ਵੀ ਗਏ ਜੀ। ਭੀਮ ਨਸ਼ੇਸ਼ ਨਿਹਾਰ ਅਸ਼ੇਸ਼ ਵਿਸ਼ੇਸ਼ ਉਤੰਗ ਸਥਾਨ ਅਵਮ ਵਾਸਾ। ਹੁਣ ਭੀਮ ਚੰਦ ਨੇ ਚੰਗੀ ਤਰ੍ਹਾਂ ਆਸਾ ਪਾਸਾ ਦੇਖਿਆ, ਇੱਕ ਬਹੁਤ ਉੱਚਾ ਥਾਂ। ਵੀਰਨ ਕਉ ਬਸ ਨਾਹੀਂ ਚੱਲੇ ਲਰ ਸਮੁਖ ਅਯੁੱਧ ਹੋਤ ਵਿਨਾਸ਼ਾ। ਕਹਿਣ ਲੱਗੇ ਜਿੰਨਾ ਚਿਰ ਅਸੀਂ ਇਹਨਾਂ ਦੇ ਬਰਾਬਰ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਮਾਰ ਨਹੀਂ ਸਕਦੇ ਤੇ ਸਾਡੇ
ਫੌਜ ਦਾ ਵਿਨਾਸ਼ ਹੋ ਰਿਹਾ ਹੈ। ਸ਼ੋਕ ਕੇ ਸੰਗ ਬਿਲੋਕਤ ਰੋਕਤ ਕਿਉ ਨਾ ਥੇਰੋ ਰਨ ਹੋਵਤ ਹਾਸਾ। ਪਰ ਬਾਰ-ਬਾਰ ਆਪਣੀਆਂ ਫੌਜਾਂ ਦੇ ਉੱਤੇ ਲਲਕਰੇ ਮਾਰੀ ਜਾਂਦਾ ਹੈ, ਤੁਸੀਂ ਦੁਸ਼ਮਣ ਨੂੰ ਮਾਰਦੇ ਕਿਉਂ ਨਹੀਂ, ਰੋਕਦੇ ਕਿਉਂ ਨਹੀਂ, ਸਾਡਾ ਮਜ਼ਾਕ ਉਡਦਾ ਹੈ। ਮਾਰਨ ਹੇਤ ਅਨੇਕ ਉਪਾਵਨ ਭੂਪ ਹਿਰਦੈ ਚਿਤ ਵੈ ਚਹੂ ਆਸਾ। ਪਰ ਭੀਮ ਚੰਦ ਨੂੰ ਵੀ ਪਤਾ ਹੈ ਕਿ ਸਾਡੀ ਫੌਜ ਨੀਵੇਂ ਥਾਂ ਤੇ ਹੈ, ਉਹਨਾਂ ਦੀ ਫੌਜ ਉੱਚੇ ਥਾਂ ਤੇ ਹੈ। ਆਸਾ ਪਾਸਾ ਦੇਖਦਾ ਹੈ ਕਿਵੇਂ ਇਹਨਾਂ ਨੂੰ ਖਤਮ ਕੀਤਾ ਜਾਵੇ। ਰੂਪ ਕਇਆ ਪਕਲੂ ਕਹਿਲੂਰ ਪਤੀ ਹਨੂਮਾਨ ਕਉ ਮੰਤਰ ਜਪਿਓ ਮੁਖ ਮਾਹੀ। ਤਾਂ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਇਹ ਪਹਾੜੀਏ ਜਿਹੜੇ ਹਨ ਦੇਵੀ ਦੇਵਤਿਆਂ ਨੂੰ ਮੰਨਦੇ ਆ, ਹਨੂਮਾਨ ਨੂੰ ਤਾਕਤਵਰ ਸਮਝ ਕੇ ਉਹਦੀ ਵੀ ਪੂਜਾ ਕਰਦੇ ਹੋਣਗੇ ਪਹਾੜੀਏ। ਕਹਿੰਦੇ ਇਹਨੇ ਹਨੂਮਾਨ ਨੂੰ ਯਾਦ ਕੀਤਾ ਹੈ। ਔਰ ਹੁਤੇ ਗਿਰਨਾਥ ਸਹਾਇਕ ਤੂਰਨ ਕੀਨ ਹਕਾਰਨ ਤਾਹੀ। ਔਰ ਦੂਸਰੇ ਵੀ ਪਹਾੜੀ ਰਾਜੇ ਆਪਣੇ ਸਾਥੀਆਂ ਨੂੰ ਇਹਨੇ ਆਪਣੇ ਨਾਲ ਸੱਦਿਆ ਹੈ। ਧੂਪ ਪ੍ਰਿਥੀ ਸਸ ਆਓ ਜਸ ਰੋਟੀਆ ਆਓ ਜਸ ਵਾਰੀਆ ਸਾਥ ਸਿਪਾਹੀ। ਕਹਿਣ ਲੱਗਿਆ ਉਹ ਜਸਰੋਟੀਆ ਤੇ ਜਸਵਾਰੀਆ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਇੱਧਰ ਆਓ ਮੇਰੇ ਕੰਨੀ। ਲੈ ਮੱਡਿਓ ਹਿਤ ਬਾਰ ਕੇ ਮਾਰਨ ਸਮੁਖ ਹੋਏ ਹਟੇ ਪਗ ਨਾਹੀ। ਔਰ ਲੈ ਕਰਕੇ ਕੁਝ ਸਿਪਾਹੀ ਤੇ ਦੋ ਰਾਜਿਆਂ ਨੂੰ ਇਹ ਉਹਨਾਂ ਦੀ ਵਾੜ ਵੱਲ ਵਧਿਆ। ਨਾਹੇ ਚੱਲਿਓ ਬਸ ਚਿਤ ਲਿਓ ਗ੍ਰਸ ਸ੍ਰੀ ਗੁਰ ਕੋ ਸਿਮਰਿਓ ਤਿਸ ਕਾਲਾ। ਫੇਰ ਵੀ ਇਹਦਾ ਕੋਈ ਵਾਹ ਨਹੀਂ ਚੱਲਿਆ ਤੇ ਹੁਣ ਇਸ ਨੂੰ ਯਾਦ ਆਈ ਹੈ ਗੁਰੂ ਗੋਬਿੰਦ ਸਿੰਘ ਜੀ ਦੀ, ਉਹਨਾਂ ਨੂੰ ਯਾਦ ਕਰਦਾ ਹੈ। ਏਕ ਸੌਰ ਸੋ ਤੂਰਨ ਹੀ ਪਠ ਜਾਹੂ ਪ੍ਰਭੂ ਟਿਗ ਥਾਨ ਉਤਾਲਾ। ਔਰ ਇੱਕ ਸਿਪਾਹੀ ਨੂੰ ਕਹਿੰਦਾ ਤੂੰ ਘੋੜੇ ਤੇ ਚੜ ਕੇ ਫਟਾਫਟ ਜਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਕੇ ਆ ਕੇ ਸਾਡੀ ਰੱਖਿਆ ਕਰੋ। ਸ੍ਰੀ ਮੁਖ ਤੇ ਬਰ ਦੀਨ ਵਿਜੈ ਕਹੋ ਸੋ ਅਬ ਸਾਚ ਕਰੋ ਬਲ ਨਾਲਾ। ਔਰ ਉਹਨਾਂ ਨੇ ਮੈਨੂੰ ਜਿੱਤ ਪ੍ਰਾਪਤ ਕਰਨ ਦਾ ਵਰ ਦਿੱਤਾ ਸੀਗਾ ਤੇ ਉਹਨਾਂ ਨੂੰ ਕਹੋ ਕਿ ਆਪਣੇ ਵਚਨ ਨੂੰ ਆਪ ਆ ਕੇ ਪੂਰਾ ਕਰੋ ਜੀ। ਸ਼ਰਨਾਗਤ ਰਾਵਰ ਕੀ ਜਸ ਦੇਹੋ ਸਹਾਇਕ ਹਵੈ ਰਿਪ ਕਾਲਾ। ਇਸ ਕਰਕੇ ਮਾਰੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਜਾ ਕੇ ਕਹਿ ਔਰ ਕਿਰਪਾ ਕਰਕੇ ਸਹਾਇਤਾ ਕਰੋ ਤੇ ਦੁਸ਼ਮਣ ਨੂੰ ਮੌਤ ਦਿਓ। ਆਨ ਤਬੈ ਅਸਵਾਰ ਪ੍ਰਭੂ ਢਿਗ ਬੇਨਤ ਕੀਨ ਉਚਾਰਨ ਕੋ। ਔਰ ਉਹਦਾ ਭਜਾਇਆ ਹੋਇਆ ਸਿਪਾਹੀ ਫਟਾਫਟ 10ਵੇਂ ਪ੍ਰੀਤਮ ਕੋਲ ਆਉਂਦਾ ਹੈ ਤੇ ਬੇਨਤੀ ਕਰਦਾ ਹੈ ਜੀ। ਪਤ ਹੋਏ ਲਚਾਰ ਰਹਿਓ ਰਨ ਬੀਚ ਜੁਟਿਓ ਰਿਪ ਮਾਰਨ ਕੋ। ਮਹਾਰਾਜ ਜੀ ਰਾਜਾ ਭੀਮ ਚੰਦ ਬੜਾ ਲਾਚਾਰ ਹੈ, ਜੰਗ ਦੇ ਮੈਦਾਨ ਵਿੱਚ ਖੜਾ ਹੈ ਦੁਸ਼ਮਣ ਨੂੰ ਮਾਰਨ ਲਈ, ਪਰ ਕੋਈ ਵਾਹ ਨਹੀਂ ਚੱਲ ਰਹੀ। ਆਪ ਕੀ ਸ਼ਾਮ ਗਹੀ ਕਰ ਭਾਵ ਵਿਜੈ ਹਿਤ ਕੀਨ ਹਕਾਰਨ ਕੋ। ਔਰ ਤੁਹਾਡੀ ਸ਼ਨ ਫੜਦਾ, ਤੁਹਾਡੇ ਪੈਰੀ ਪੈਂਦਾ ਮਹਾਰਾਜ, ਕਿਰਪਾ ਕਰਕੇ ਸਾਨੂੰ ਜਿੱਤ ਬਖਸ਼ੋ ਤੇ ਚੱਲੋ। ਯੁੱਧ ਧਾਰ ਚੱਲੋ ਅਗਵਾਰ ਮਹਾਬਲ ਬਾਰ ਪ੍ਰਹਾਰਨ ਕੋ। ਮਹਾਰਾਜ ਤੁਸੀਂ ਆਪ ਸ਼ਾਸਤਰ ਧਾਰਨ ਕਰਕੇ ਅੱਗੇ ਚੱਲੋ। ਉਸ ਮਹਾਸ਼ਕਤੀ ਸ਼ਾਲੀ ਜੋ ਉਹਨਾਂ ਨੇ ਵਾੜਾ ਕਿਲੇ ਦੀ ਨਿਆਈ ਬਣਾ ਲਿਆ ਹੈ, ਉਹਨਾਂ ਦੇ ਕਿਲੇ ਨੂੰ ਤੋੜਨਾ ਕਰੋ। ਸ੍ਰੀ ਗੁਰੂ ਤੇਗ ਬਹਾਦਰ ਨੰਦਨ ਤੇਗ ਬਹਾਦਰ ਜਿਉ ਸੁਧ ਪਾਈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੇਗ ਬਹਾਦਰ ਜੀ ਦੇ ਸਪੁੱਤਰ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਇਹ ਖਬਰ ਦਿੱਤੀ ਹੈ। ਆਨ ਉਤੰਗ ਪੈ ਜੰਗ ਪਰਿਓ ਭਟ ਭੰਗ ਭਏ ਵੱਡ ਮਾਰ ਮਚਾਈ। ਮਹਾਰਾਜ ਦੁਸ਼ਮਣ ਜਿਹੜਾ ਉੱਚੇ ਥਾਂ ਤੇ ਖੜਾ ਹੈ ਔਰ ਉੱਚੇ ਥਾਂ ਤੋਂ ਹਮਲਾ ਕਰਦਾ ਹੋਇਆ ਸਾਡੀ ਬਹੁਤ ਫੌਜ ਮਾਰ ਰਿਹਾ ਹੈ ਜੀ। ਆਯੁਧ ਧਾਰ ਲੀਏ ਤਤਕਾਲ ਭਏ ਅਸਵਾਰ ਗਏ ਸਮੁਦਾਈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਘੋੜਾ ਮੰਗਾਇਆ ਹੈ, ਸਰੀਰ ਤੇ ਸ਼ਸਤਰ ਧਾਰਨ ਕੀਤੇ ਅਸਵਾਰ ਹੋ ਗਏ ਜੀ। ਤੁੰਦ ਤਰੰਗਮ ਕੀਨ ਤਵੈ ਰਣ ਰੰਗ ਵਿਖੈ ਹੋਏ ਕੈ ਸਮੁਦਾਈ। ਔਰ ਘੋੜੇ ਨੂੰ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਪਹੁੰਚ ਗਏ ਜੀ। ਸ੍ਰੀ ਪ੍ਰਭ ਕੋ ਨਿਰਭਆਵਤ ਦੇਖ ਪਠਾਏ ਸੌਰ ਬੇਨੰਤ ਉਚਾਰੀ। ਔਰ ਸਤਿਗੁਰੂ ਪਾਤਸ਼ਾਹ ਜੀ ਨੂੰ ਆਉਂਦੇ ਵੇਖ ਕੇ ਇਹਨੇ ਫੇਰ ਇੱਕ ਸਿਪਾਹੀ ਨੂੰ ਦੁਬਾਰਾ ਬੇਨਤੀ ਕਰਨ ਲਈ ਭੇਜਿਆ ਹੈ। ਆਪ ਬਹਾਦਰ ਧੀਰ ਵੱਡੇ ਸਗਦੇ ਦਲ ਕੇ ਅਬ ਹੋਏ ਅਗਾਰੀ। ਮਹਾਰਾਜ ਤੁਸੀਂ ਵੱਡੇ ਯੋਧੇ ਹੋ, ਦੇਖੋ ਦੁਸ਼ਮਣ ਸਾਡੇ ਉੱਤੇ ਭਾਰੂ ਪਿਆ ਹੈ, ਤੁਸੀਂ ਅੱਗੇ ਆਓ ਜੀ। ਹੇਲ ਕਰਾਵ ਹੋਆ ਯੁੱਧ ਘਾਵ ਹੋ ਵੀਰ ਚੱਲੈ ਗਨਿਆਨ ਪਿਸ਼ਾਰੀ। ਤੁਸੀਂ ਅੱਗੇ ਲੱਗੋ ਜਰਨੈਲ ਬਣ ਕੇ, ਅਸੀਂ ਤੁਹਾਡੇ ਮਗਰ ਹਾਂ
ਤੇ ਆਪ ਸਾਥੇ ਕੋਲੋਂ ਯੁੱਧ ਕਰਵਾਉਣਾ ਦੱਸੋ। ਇਹੋ ਵਿਜੈ ਕਰ ਕਵੈ ਨਾ ਹਰਹਿ ਆਰੂ ਜੈ ਲక్ష్ਮੀ ਛਬ ਪਾਏ ਇਤਿਹਾਰੀ। ਮਹਾਰਾਜ ਕਿਰਪਾ ਕਰੋ ਜਿੱਤ ਪ੍ਰਾਪਤ ਕਰੀਏ ਔਰ ਜਿੱਤ ਰੂਪ ਲక్ష్ਮੀ ਤੁਹਾਡੀ ਜੈ ਜੈ ਕਰੇ। ਸ੍ਰੀ ਕਲਗੀਧਰ ਬੇਨਤ ਕਾ ਸੁਨ ਦੇਖ ਮੱਚਿਓ ਵੱਡ ਜੰਗ ਕਰਾਲਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੱਜਮੈਂਟ ਕੀਤੀ ਹੈ ਭਿਆਨਕ ਜੰਗ ਹੁੰਦਾ ਦੇਖ ਰਹੇ ਹਨ। ਕਿਉ ਰਸ ਵੀਰ ਹੋ ਤੋ ਸੁਪਤਿਓ ਤਤਕਾਲ ਹੀ ਜਾਗ ਉਠਿਓ ਬਲਵਾਲਾ। ਵੀਰ ਰਸ ਜੋ ਅੰਦਰ ਸੁੱਤਾ ਪਿਆ ਸੀ ਸਤਿਗੁਰਾਂ ਦੇ ਜੰਗ ਦੇ ਮੈਦਾਨ ਨੂੰ ਦੇਖਦਿਆਂ ਹੀ ਵੀਰ ਰਸ ਜਾਗ ਪਿਆ ਭਾਵ ਸਤਿਗੁਰੂ ਜੋਸ਼ ਵਿੱਚ ਆ ਗਏ। ਸ੍ਰੀ ਮੁਖ ਪੈ ਉਤਸ਼ਾਏ ਸੁਹਾਵਤ ਜਿਉ ਅਰਨੋਦਯ ਕੋ ਰੰਗ ਕਾਲਾ। ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ ਏਦਾਂ ਸਤਿਗੁਰਾਂ ਦੇ ਚਿਹਰੇ ਤੇ ਲਾਲੀ ਆ ਗਈ ਜੀ। ਪੇਲ ਕਰਿਓ ਦੋਏ ਸੰਮੁਖ ਬਾਰਸੋ ਪੇਲ ਦਏ ਭਟ ਭੀਮ ਵਿਸਾਲਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਵਾੜੇ ਦੇ ਸਾਹਮਣੇ ਹੋ ਕੇ ਹੱਲਾ ਬੋਲਿਆ ਭੀਮ ਚੰਦ ਦੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ। ਭੁਜੰਗ ਪ੍ਰਿਆਤ ਛੰਦੋ ਤਫੰਗੈ ਕਸੀ ਪਾਏ ਬਾਰੂਦ ਗੋਰੀ ਛਣੰਕੇ ਦੜੰਕੇ ਪਏ ਦੌਨ ਓਰੀ। ਔਰ ਦੋਨੇ ਪਾਸਿਓਂ ਬੰਦੂਕਾਂ ਦੀਆਂ ਗੋਲੀਆਂ ਚੱਲ ਰਹੀਆਂ ਹਨ ਫਿਰ ਖਾਲੀ ਹੋ ਜਾਂਦੀਆਂ ਫਿਰ ਬਰੂਦ ਭਰਦੇ ਐ ਫਿਰ ਉਸ ਨੂੰ ਕੱਸਦੇ ਐ ਤੇ ਉਹਨਾਂ ਵਿੱਚ ਗੱਜ ਛਣਕਦੇ ਖੜਕਦੇ ਹਨ ਔਰ ਭਰ ਕੇ ਗੋਲੀਆਂ ਫਿਰ ਛੱਡ ਦਿੰਦੇ ਆ ਦੋਨੇ ਪਾਸਿਆਂ ਤੋਂ। ਕਲਾ ਪੈ ਝੜੇ ਕਲਾ ਪੈ ਜੜੇ ਮੋੜ ਤੋੜੇ ਦੁਖੰਤੇ ਧਰੇ ਹਾਥ ਪੈ ਸ਼ਤਰੰ ਸੌਹੀ ਡਬੰਤੇ। ਇਉਂ ਬੰਦੂਕ ਭਰ ਕੇ ਫਿਰ ਉਸ ਨੂੰ ਸਿੱਧੀ ਕਰਦੇ ਹਨ ਔਰ ਫਿਰ ਉਸ ਨੂੰ ਤੋੜਾ ਲਾਉਂਦੇ ਹਨ ਹੱਥ ਵਿੱਚ ਫੜ ਕੇ ਸ਼ਤਰੂ ਵੱਲ ਸਿੱਧੀ ਕਰਕੇ। ਪਲੀਤੇ ਉੱਠੇ ਨਾਦ ਉੱਚੇ ਪੜਾਕੇ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਹੀ ਪਲੀਤਾ ਲੱਗਦਾ ਬੰਦੂਕ ਨੂੰ ਤੇ ਪੜਾਅ ਕਰਕੇ ਬਰੂਦ ਨਿਕਲਦਾ ਦੀਪੀ ਜਵਾਲ ਮਾਲਾ ਸੋ ਗੋਰੀ ਸੜਾਕੇ। ਇਉਂ ਅੱਗ ਦੇ ਮਿਲਦਿਆਂ ਹੀ ਸੜਕ ਕਰਕੇ ਗੋਲੀਆਂ ਨਿਕਲ ਕੇ ਦੁਸ਼ਮਣਾਂ ਵਿੱਚ ਵੱਜਣ ਲੱਗੀਆਂ ਜੀ। ਲੱਗੇ ਵੀਰ ਅੰਗਾਨ ਬੰਗੰ ਬਿਸਾਲਾ। ਔਰ ਜਾ ਕਰਕੇ ਸੂਰਮਿਆਂ ਦੇ ਅੰਗ ਨੂੰ ਭੰਗ ਕਰਦੀਆਂ ਹੋਈਆਂ ਬੰਦੂਕਾਂ। ਜਿਹਦਾ ਮੁੰਡ ਫੂਰੇ ਪ੍ਰਚੰਡੇ ਕਰਾਲਾ। ਕਿਸੇ ਦਾ ਢਿੱਡ ਪਾੜ ਦਿੱਤਾ ਗੋਲੀਆਂ ਨੇ ਕਿਸੇ ਦਾ ਮੂੰਹ ਭੰਨ ਦਿੱਤਾ ਕਿਸੇ ਦਾ ਸਿਰ ਟੁੱਟ ਗਿਆ। ਸੁੱਤੇ ਉਸਰਾਉਣ ਘਾਇੰ ਭੱਕਾ ਭੱਕ ਬੋਲੈ। ਔਰ ਸੂਰਮਿਆਂ ਦੇ ਸਰੀਰ ਚੋਂ ਖੂਨ ਵਗਦਾ ਭੱਕ ਭੱਕ ਕਰਕੇ। ਧੱਕਾ ਧੱਕ ਵੀਰੰ ਇਤੈ ਉਤ ਡੋਲੈ। ਔਰ ਯੋਧੇ ਜਿਹੜੇ ਹਨ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋ ਕੇ ਇੱਧਰ ਉੱਧਰ ਘੁੰਮ ਰਹੇ ਹਨ। ਝਟਾ ਪੱਟ ਜੁੱਟੇ ਲਟਾ ਪੱਟ ਹੋਏ। ਹੁਣ ਕੀ ਹੋਇਆ ਜੰਗ ਦਾ ਮੈਦਾਨ ਦੁਬਾਰਾ ਇੱਕਦਮ ਫਿਰ ਗਰਮ ਹੋ ਗਿਆ ਹੈ ਝਟਾਪਟ ਜੰਗ ਹੋਣ ਲੱਗਿਆ ਲਟਾਪਟ ਹੋਏ ਇੱਕ ਦੂਜੇ ਦੇ ਨੇੜੇ ਆ ਗਏ ਹਨ। ਪੱਟ ਸੌਹੇ ਕਟਾ ਕੱਟ ਸੋਏ। ਇਸ ਤਰ੍ਹਾਂ ਬੜੀ ਤੇਜ਼ੀ ਦੇ ਨਾਲ ਸਿਪਾਹੀ ਛਟਾਪਟ ਇੱਕ ਦੂਜੇ ਦੁਸ਼ਮਣ ਨੂੰ ਕੱਟਣ ਲੱਗੇ ਮਾਰਨ ਲੱਗੇ ਜੀ। ਕਰੀ ਕਰੀ ਢੋਏ ਢੂਕੇ ਗੁਰੂ ਕੇ ਸਹਾਈ। ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਜੀ ਦੀ ਸਹਾਇਤਾ ਨੇ ਐਸਾ ਹੱਲਾ ਕਰਵਾਇਆ ਇਹਨਾਂ ਦੇ ਕੋਲੋਂ ਸਾਰੇ ਕਹਿੰਦੇ ਆ ਕਿ ਗੁਰੂ ਕਿਰਪਾ ਕਰ ਰਿਹਾ ਹੈ। ਉੱਤੇ ਬਾਹਰੇ ਵੀਰ ਦੀਨੇ ਭਜਾਈ। ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜੇ ਸੂਰਮੇ ਵਾੜੇ ਤੋਂ ਬਾਹਰ ਸਨ ਉਹਨਾਂ ਨੂੰ ਕਹਿੰਦੇ ਭਜਾ ਦਿੱਤਾ ਹੈ ਉੱਥੋਂ। ਬਰੇ ਬਾਰ ਮੈਂ ਬਾਰ ਬਾਰੀ ਬੇਲੋਕੇ। ਇਸ ਤਰ੍ਹਾਂ ਫਿਰ ਇਹਨਾਂ ਨੇ ਵਾੜ ਤੋੜ ਦਿੱਤੀ ਹੈ ਭੀਮ ਚੰਦ ਦੀ ਫੌਜ ਨੇ ਉਹਦੇ ਵਿੱਚ ਵੜ ਗਏ ਜੀ। ਟੁਕੇ ਨੇਰ ਪਾਇਓ ਨਹੀਂ ਜਾਏ ਰੋਕੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਆਉਣ ਤੇ ਦੁਬਾਰਾ ਫੌਜ ਨੂੰ ਇੰਨਾ ਜੋਸ਼ ਆ ਗਿਆ ਕਿ ਹੁਣ ਅਸੀਂ ਜਿੱਤ ਹੀ ਜਾਵਾਂਗੇ ਕਿਉਂਕਿ ਗੁਰੂ ਸਾਹਿਬ ਸਾਡੇ ਵੱਲ ਹੈ। ਔਰ ਇਸ ਤਰ੍ਹਾਂ ਜੋਸ਼ ਦੇ ਨਾਲ ਵਾੜੇ ਦੇ ਵਿੱਚ ਜਾ ਵੜੇ ਔਰ ਗੁਰੂ ਪਿਆਰਿਓ ਹੁਣ ਕਿਰਪਾਲ ਕਟੋਚੀ ਤੋਂ ਰੋਕੇ ਨਹੀਂ ਜਾਂਦੇ। ਤੜਾ ਤਾੜ ਗੋਰੀਨ ਕੀ ਮਾਰ ਮਾਚੀ। ਅੰਦਰ ਵੜਦਿਆਂ ਹੀ ਫੇਰ ਤਾੜ ਤਾੜ ਗੋਲੀਆਂ ਚਲਾਉਣੀਆਂ ਕੀਤੀਆਂ ਜੀ। ਮਿਲੀ ਜੋਗਨੀ ਸਰਾਉਣ ਪੀਵੈ ਸੋ ਨਾਚੀ। ਔਰ ਜੰਗ ਦੇ ਮੈਦਾਨ ਵਿੱਚ ਜੋਗਨੀਆਂ ਖੂਨ ਪੀਣ ਵਾਲੀਆਂ ਨੱਚ ਰਹੀਆਂ ਪੀ ਪੀ ਕੇ ਭੂਤਾਂ ਨੱਚ ਰਹੀਆਂ ਮਾਨੋ
ਔਰ ਗਿਰਜਾਂ ਗਿੱਦੜ ਆਦि ਮਾਸ ਖਾਣੇ ਆ ਗਏ। ਰਬੰ ਗੀਦ ਆਈ ਭ੍ਰਮੈ ਬਾਰ ਬਾਰੀ, ਆਕਾਸ਼ਾਂ ਦੇ ਵਿੱਚ ਗਿਰਜਾਂ ਘੁੰਮਣ ਲੱਗੀਆਂ ਮਾਸ ਖਾਣ ਲਈ। ਭਖੈ ਮਾਸ ਕਾ ਚੀਕ ਉੱਚੈ ਪੁਕਾਰੀ, ਨਾਲੇ ਚੀਕਾਂ ਮਾਰਦੀਆਂ ਨਾਲੇ ਦੁਸ਼ਮਣਾਂ ਦੇ ਸ਼ਹੀਦਾਂ ਦੇ ਫੌਜਾਂ ਦੇ ਮਰਿਆ ਹੋਇਆਂ ਦੇ ਮਾਸ ਨੂੰ ਖਾਂਦੀਆਂ। ਬੜੇ ਦੇ ਕੋ ਪਤਾਰੇ ਮਹਾਵੀਰ ਢੁਕੇ, ਇਉਂ ਬੜੇ ਗੁੱਸੇ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਯੋਧੇ ਜਿਹੜੇ ਆ ਵਾੜ ਦੇ ਵਿੱਚ ਵੜ ਗਏ। ਕਿਰਪਾਲ ਕਟੋਚੀਏ ਵੱਲ ਹਮਲਾ ਕਰਦੇ ਹਨ। ਚਾਹੈ ਬਾਰ ਕੋ ਬਾਰ ਬੇ ਜੌਂਪ ਭੂਕੇ, ਇਸ ਤਰ੍ਹਾਂ ਗੁਰੂ ਪਿਆਰਿਓ ਅੰਦਰ ਜਾ ਕੇ ਏਦਾਂ ਜੰਗ ਹੋਣ ਲੱਗੀ ਜਿਵੇਂ ਅੱਗ ਦਾ ਭੰਬੂਕਾ ਮਚਦਾ ਹੈ। ਲੀਏ ਚਾਂਪ ਚੌਂਪੇ ਚੱਲੇ ਚੁੰਗ ਉੱਚੇ, ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਉੱਚੇ ਨੂੰ ਚੜਨ ਲੱਗੇ। ਜਿੱਥੇ ਉਹ ਫੌਜ ਸੀ ਉਹਨਾਂ ਦੀ ਉੱਚੇ ਥਾਂ ਬੈਠੀ, ਤਾਂ ਭੀਮ ਚੰਦ ਦੀ ਫੌਜ ਨੇ ਉਹਨਾਂ ਦੇ ਨੇੜੇ ਉੱਚੇ ਥਾਂ ਨੂੰ ਜਾਣਾ ਸ਼ੁਰੂ ਕੀਤਾ। ਹੱਥਾਂ ਵਿੱਚ ਚਾਂਪ ਕਮਾਨ ਆਦਿ ਲੈ ਕਰਕੇ ਚੱਲਾ ਚਾਲ ਹੋਈ ਚੱਪੇ ਲਾਜ ਮੂਚੇ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਵਾਰ ਟੁੱਟ ਗਈ ਹੈ, ਭੀਮ ਚੰਦ ਦੀ ਫੌਜ ਉਹਦੇ ਵਿੱਚ ਵੜਨ ਲੱਗੇ। ਛੁੱਟੇ ਤੀਰ ਤੀਖੇ ਵੱਡੇ ਵੇਗ ਵਾਰੇ, ਇਸ ਤਰ੍ਹਾਂ ਬੜੀ ਤੇਜ਼ੀ ਦੇ ਨਾਲ ਹੁਣ ਇਹਨਾਂ ਨੇ ਤੀਰ ਚਲਾਉਣੇ ਸ਼ੁਰੂ ਕੀਤੇ। ਲੱਗੇ ਅੰਗ ਮੈਂ ਫੋਰ ਪ੍ਰਾਨੈ ਨਿਕਾਰੇ, ਔਰ ਜਿਨ੍ਹਾਂ ਦੇ ਸਰੀਰ ਤੇ ਤੀਰ ਲੱਗਦੇ ਹਨ ਉਹਨਾਂ ਦੇ ਪ੍ਰਾਣ ਨਿਕਲ ਜਾਂਦੇ ਜੀ। ਸਟਾ ਸੱਟ ਸੇਲੇ ਭਈ ਰੇਲ ਪੇਲਾ, ਇਸ ਤਰ੍ਹਾਂ ਗੁਰੂ ਪਿਆਰਿਓ ਸਦਾ ਸੱਟ ਬੜੀ ਤੇਜ਼ੀ ਦੇ ਨਾਲ ਗੁਰੂ ਪਿਆਰਿਓ ਰੇਲ ਪੇਲ ਹੋਣਾ, ਧੱਕੋ ਧੱਕੀ ਕਰਨਾ, ਇੱਕ ਦੂਜੇ ਨੂੰ ਧੱਕਾ ਮਾਰਨਾ, ਗਾਂਹ ਪਿਛਾਂ ਕਰਨਾ, ਐਸੀ ਜੰਗ ਹੱਥੋਂ ਹੱਥੀ ਦੀ ਹੋ ਗਈ ਹੈ। ਤੇਰਾ ਆਲ ਬਾਲੇ ਵੱਡੋ ਕਾਲ ਹੇਲਾ, ਇਸ ਤਰ੍ਹਾਂ ਬੜਾ ਹਮਲਾ ਕਰਕੇ ਸਾਰੇ ਇੱਕ ਦੂਜੇ ਦੇ ਆਸੇ ਪਾਸੇ ਭੱਜੇ ਫਿਰਦੇ ਹਨ ਮਾਰਨ ਲਈ। ਕਿਤੇ ਮੂਰਛਾ ਖਾਏ ਬੰਕੇ ਸਿਪਾਹੀ, ਕਿਤੇ ਯੋਧੇ ਜਿਹੜੇ ਹਨ ਬੇਹੋਸ਼ ਹੋ ਕੇ ਡਿੱਗ ਪਏ। ਕਿਤੇ ਕੂਮ ਝੂਮੇ ਕਨੇ ਕਾਬ ਕਾਹੀ, ਜਿਨ੍ਹਾਂ ਦੇ ਬਹੁਤੇ ਜ਼ਖਮ ਹੋ ਗਏ ਉਹ ਘੁੰਮਦੇ ਫਿਰਦੇ ਆ ਤੇ ਘੁੰਮਦੇ ਘੁੰਮਦੇ ਡਿੱਗਣ ਲੱਗੇ। ਭਈ ਲੋਤ ਪੋਥਾਨ ਦੀ ਹੰਕਰਾਲਾ, ਇਉਂ ਸਵਾੜੇ ਦੇ ਵਿੱਚ ਬੇਅੰਤ ਲੋਥਾਂ ਦਾ ਢੇਰ ਲੱਗਣ ਲੱਗੇ ਐ। ਬੜੀ ਭਿਆਨਕ ਜੰਗ ਦਾ ਮੈਦਾਨ ਹੋ ਗਿਆ ਹੈ। ਭਖੈ ਮਾਸ ਕੋ ਸਿਆਲ ਬੋਲੇ ਵਿਸਾਲਾ, ਔਰ ਗਿੱਦੜ ਗਿਰਜਾਂ ਆਦਿ ਮਾਸ ਖਾਣ ਵਾਲੀਆਂ ਖਾ ਖਾ ਕੇ ਰੌਲਾ ਪਾਉਂਦੇ ਹਨ। ਡੱਕੀ ਡਾਕਣੀ ਡਾਰ ਡੋਲੇ ਡਕਾਰੈ, ਇਸ ਤਰ੍ਹਾਂ ਡਾਕਣੀਆਂ ਭਾਵ ਜੋਗਣੀਆਂ ਖੂਨ ਪੀਣ ਵਾਲੀਆਂ ਵੀ ਪੀ ਪੀ ਕੇ ਢਕਾਰ ਲੈਂਦੀਆਂ। ਪਲੰਗ ਹੇਤ ਲੇਤੀ ਕਿਤੇ ਦੇਹ ਫਾਰੈ, ਇਸ ਤਰ੍ਹਾਂ ਗੁਰੂ ਪਿਆਰਿਓ ਐਸਾ ਜੰਗ ਦਾ ਮੈਦਾਨ ਬਣ ਗਿਆ ਹੈ। ਕਿਧਰੇ ਸਰੀਰਾਂ ਨੂੰ ਖਿੱਚੀ ਫਿਰਦੇ ਹਨ ਕੁੱਤੇ, ਉਹਨਾਂ ਨੂੰ ਪਾੜ ਰਹੇ ਹਨ। ਭਈ ਭੀਮ ਭੂਮੀ ਭਯੰਕੂਰ ਪ੍ਰਾਂਤੇ, ਇਸ ਤਰ੍ਹਾਂ ਧਰਤੀ ਜਿਹੜੀ ਹੈ ਬੜੀ ਭਿਆਨਕ ਹੋ ਗਈ ਹੈ, ਖੂਨ ਦੇ ਨਾਲ ਵੀ ਲਾਲ ਹੋਣ ਲੱਗੇ। ਨੱਚੈ ਭੂਤ ਪ੍ਰੇਤੰ ਫਿਰੈ ਮਾਸ ਖਾਤੇ, ਔਰ ਐਸਾ ਮੈਦਾਨ ਬਣ ਗਿਆ ਲੱਗਦਾ ਹੈ ਕਿ ਜਿਵੇਂ ਭੂਤ ਪ੍ਰੇਤ ਜੋਗਣੀਆਂ ਡਾਕਣੀਆਂ ਆਦਿ ਨੱਚ ਰਹੀਆਂ ਹੋਣ। ਗੁਰੂ ਸੰਗ ਹੋਏ ਮੱਚਿਓ ਜੰਗ ਭਾਰਾ, ਜਦੋਂ ਗੁਰੂ ਸਾਹਿਬ ਆਏ ਤੇ ਜੰਗ ਦੇ ਮੈਦਾਨ ਵਿੱਚ ਭੀਮ ਚੰਦ ਦੀ ਫੌਜ ਵਿੱਚ ਬੜਾ ਜੋਸ਼ ਆ ਗਿਆ ਹੈ। ਅੰਗ ਭੰਗੇ ਸੁਰੰਗੇ ਅਖਾਰਾ, ਬਹੁਤ ਸਾਰੇ ਯੋਧਿਆਂ ਦੇ ਅੰਗ ਭੰਗ ਹੋਏ ਤੇ ਖੂਨ ਦੇ ਨਾਲ ਸਰੀਰ ਲਾਲ ਹੋ ਗਏ। ਇਸੀ ਰੀਤ ਘੇਰਿਓ ਜਬੈ ਬਾਰ ਜਾਈ, ਜਦੋਂ ਵਾੜ ਦੇ ਵਿੱਚ ਜਾ ਕੇ ਦੁਸ਼ਮਣ ਨੂੰ ਘੇਰਾ ਪਾ ਲਿਆ। ਟੁੱਕੇ ਕੋ ਪਕੈ ਦੀਹ ਮਾਚੀ ਲੋਰਾਈ, ਬੜੇ ਗੁੱਸੇ ਦੇ ਨਾਲ ਜਾ ਕੇ ਕਿਰਪਾਲ ਕਟੌਚੀ ਆਲਫ ਖਾਨ ਦੀ ਫੌਜ ਜਿਹੜੀ ਆ ਉਹਨਾਂ ਤੇ ਹਮਲਾ ਕੀਤਾ ਹੈ ਜੀ। ਦੋਹਰਾ ਜੇ ਗਿਰੇਸ਼ ਵਿੱਚ ਬਾਰ ਕੇ ਵੀਰ ਤੀਰ ਕੋ ਤਾਰ, ਢੁਕੇ ਨਿਕਟਰੇ ਪਜਾਨ ਕੈ ਕੀਤਕ ਪਿਰੇ ਪਿਖੇ ਸੁਮਾਰ। ਇਸ ਤਰ੍ਹਾਂ ਜਿਹੜੇ ਰਾਜੇ ਉਸ ਵਾਰ ਦੇ ਵਿੱਚ ਸਨ, ਭੀਮ ਚੰਦ ਦੀ ਫੌਜ ਜਿਹੜੀ ਹੈ ਜਾਂ ਕੁਝ ਜਰਨੈਲ ਜਿਹੜੇ ਹਨ ਜਾ ਕੇ ਵਾਰ ਦੇ ਵਿੱਚ ਵੜ ਗਏ ਉਹਨਾਂ ਨੂੰ ਮਾਰਨ ਲਈ। ਲਕੀ ਪਰਾਜੈ ਆਪਣੀ ਲਾਜ ਬੰਸ ਕੀ ਜਾਤ, ਤੇ ਅੰਦਰਲਿਆਂ ਨੇ ਵੇਖਿਆ ਕਿ ਹੁਣ ਅਸੀਂ ਹਾਰ ਜਾਵਾਂਗੇ ਕਿਉਂਕਿ ਸਾਡਾ ਕਿਲਾ ਟੁੱਟ ਗਿਆ ਹੈ, ਸਾਡੀ ਵਾਰ ਟੁੱਟ ਗਈ ਹੈ, ਦੁਸ਼ਮਣ ਸਾਡੇ ਉੱਤੇ ਚੜ ਆਇਆ ਹੈ,
ਹੁਣ ਸਾਡੀ ਇੱਜ਼ਤ ਜਾਵੇਗੀ ਕੁੱਲ ਦੀ। ਆਪਸ ਮਹਿ ਮਿਲ ਕਹਿਤ ਭੇ ਇਹ ਮੋਹ ਮਹਿ ਸਭ ਕਾਤ। ਤੇ ਆਪਸ ਵਿੱਚ ਗੱਲਾਂ ਕਰਦੇ ਆ, ਹੁਣ ਨਹੀਂ ਬਚਦੇ, ਹੁਣ ਸਾਰੇ ਮਰਾਂਗੇ। ਬਲ ਸੰਭਾਰੋ ਆਪਨੋ ਨਿਕਸ ਲਰੋ ਬਰ ਵੀਰ। ਔਰ ਕਹਿੰਦੀ ਆਪਾਂ ਬਾੜੇ ਤੋਂ ਬਾਹਰ ਨਿਕਲ ਕੇ ਦੁਸ਼ਮਣਾਂ ਦੇ ਨਾਲ ਲੜਨਾ ਕਰੀਏ, ਕਿਉਂਕਿ ਬਾੜੇ ਦੇ ਵਿੱਚ ਘੇਰਾ ਪੈ ਗਿਆ ਇਹਨਾਂ ਨੂੰ। ਮੰਤਰ ਪਕਾ ਇਵ ਜੰਗ ਕੋ ਪੁਨ ਉਮਡੇ ਧਰ ਧੀਰ। ਇਸ ਤਰ੍ਹਾਂ ਇਹ ਮੰਤਰ ਪਕਾ ਕੇ ਪਾਵੇ ਸਲਾਹ ਕਰਕੇ ਅੰਦਰਲੀ ਫੌਜ ਨੇ ਇੱਕ ਵਾਰੀ ਫੇਰ ਤਕੜਾ ਜਿਹਾ ਹਮਲਾ ਕੀਤਾ ਹੈ ਦੋਹਰਾ। ਵਿਜੜ ਵਾਲੀਆ ਗਿਰਪਤੀ ਵੀਰ ਸੋ ਚੱਲਨ ਸੋ ਬਲੀ ਵਿਸਾਲ। ਜਿਹੜਾ ਵਿਜੜ ਵਾਲੀਆ ਪਹਾੜੀ ਰਾਜਾ ਸੀ, ਕਹਿੰਦੇ ਬੜਾ ਬਲਵਾਨ ਸੂਰਮਾ ਸੀ। ਜੰਗ ਘਾਤ ਜਾਣੈ ਅਨਿਕ ਨਾਮ ਕਹੈ ਤਿਸ ਦਿਆਲ। ਔਰ ਇਹਦਾ ਨਾਮ ਸੀ ਵਿਜੜ ਵਾਲੀਆ ਦਿਆਲ ਚੰਦ। ਕਹਿਣ ਲੱਗੇ ਇਹ ਦਿਆਲ ਚੰਦ ਜਿਹੜਾ ਸੀਗਾ ਇਹ ਜੰਗ ਦੇ ਮੈਦਾਨ ਦੇ ਬਹੁਤ ਦਾ ਜਾਣਦਾ ਸੀ। ਜੰਗ ਛੰਦ ਮਿਲਿਓ ਸੋ ਕਟੋਚੀ ਕਿਰਪਾਲੰ ਕੇ ਸਾਥਾ। ਇਹ ਜਿਹੜਾ ਸੀਗਾ ਜਾ ਕੇ ਕਿਰਪਾਲ ਕਟੋਚੀ ਇਹਦੇ ਨਾਲ ਰਲ ਗਿਆ। ਕਹੀ ਬਾਕ ਤਾਂ ਕਉ ਲਖੋ ਜੰਗ ਗਾਥਾ।